ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਪਣੀ ਅਧਿਆਪਕ ਦਲਜੀਤ ਕੌਰ। ਅੱਜ ਆਪਾਂ ਤੁਹਾਡੀ 12ਵੀਂ ਜਮਾਤ ਦੇ ਪੰਜਾਬੀ ਲਾਜ਼ਮੀ ਦੇ ਕਵਿਤਾ ਭਾਗ ਵਿੱਚ ਸ਼ਾਮਿਲ ਪਹਿਲੀ ਕਵਿਤਾ ਟੁਕੜੀ ਜਗ ਤੋਂ ਨਿਆਰੀ, ਜਿਹਦੇ ਕਵੀ ਭਾਈ ਵੀਰ ਸਿੰਘ ਨੇ, ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ। ਤਾਂ ਸਭ ਤੋਂ ਪਹਿਲਾਂ, ਜਿਵੇਂ ਬੱਚਿਓ ਤੁਹਾਨੂੰ ਪਹਿਲਾਂ ਦੱਸਿਆ ਹੀ ਹੋਇਆ ਕਿ ਕਵਿਤਾ ਭਾਗ ਦੇ ਵਿੱਚੋਂ ਤੁਹਾਨੂੰ ਸਿਰਫ ਕਵਿਤਾ ਦਾ ਕੇਂਦਰੀ ਭਾਵ ਪ੍ਰੀਖਿਆ ਦੇ ਵਿੱਚ ਆਏਗਾ ਤੇ ਕਵਿਤਾ ਦੇ ਵਿੱਚੋਂ ਬਹੁਤ ਸੰਖੇਪ ਪ੍ਰਸ਼ਨ ਤੁਹਾਡੇ ਤੋਂ ਪੁੱਛੇ ਜਾਣਗੇ। ਪਰ ਆਪਾਂ ਕਵਿਤਾ ਨੂੰ ਸਮਝਣ ਵਾਸਤੇ ਉਹਦੀ ਪ੍ਰਸੰਗ ਸਹਿਤ ਵਿਆਖਿਆ ਵੀ ਪੜਾਂਗੇ। ਤਾਂ ਤੁਸੀਂ ਪੂਰੇ ਧਿਆਨ ਨਾਲ ਇਹ ਵੀਡੀਓ ਨੂੰ ਦੇਖਣਾ, ਸੁਣਨਾ ਤੇ ਸਮਝਣਾ। ਸ਼ੁਰੂ ਕਰਦੇ ਹਾਂ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਡਦੀ, ਖੁਸ਼ੀਆਂ ਸ਼ੈਬਰ ਲਾਈ। ਦੌੜੀ ਨੇ ਇੱਕ ਮੁੱਠ ਭਰ ਲੀਤੀ, ਇਸ ਵਿੱਚ ਕੀ ਆਇਆ, ਪਰਬਤ ਟਿੱਬੇ ਅਤੇ ਕਰੇਵੇ, ਵਿੱਚ ਮੈਦਾਨ ਸੁਹਾਇਆ। ਚਸ਼ਮੇ ਨਾਲੇ ਨਦੀਆਂ ਝੀਲਾਂ, ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ, ਬਨ ਬਾਗਾਂ ਜਿਹੇ ਸੁੰਦਰ। ਬਰਫਾਂ ਮੀਂਹ ਧੁੱਪਾਂ ਤੇ ਬੱਦਲ, ਰੁੱਤਾਂ ਮੇਵੇ ਪਿਆਰੇ, ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਤਾਂ ਪ੍ਰਸੰਗ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਪ੍ਰਸੰਗ ਦੇ ਵਿੱਚ ਕਵੀ ਅਤੇ ਉਸ ਕਵਿਤਾ ਬਾਰੇ ਥੋੜ੍ਹੀ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਇਹ ਕਵੀ ਨੇ ਕਵਿਤਾ ਕਿਉਂ ਤੇ ਕਿਵੇਂ ਲਿਖੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਸ਼ੁਰੂ ਕਰਦੇ ਹਾਂ ਉਹੀ ਕਿ ਇਹ ਕਵਿਤਾ ਹੈ ਜਿਹੜਾ ਆਪਣੀ ਲਾਜ਼ਮੀ ਪੰਜਾਬੀ ਦੇ ਵਿੱਚ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਹੈ। ਤੇ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਭਾਵ ਨਵੀਨ ਯੁੱਗ ਦੀ ਕਵਿਤਾ ਦਾ ਮੋਢੀ ਵੀ ਮੰਨਿਆ ਜਾਂਦਾ ਹੈ। ਉਹਨਾਂ ਦੀਆਂ ਕਵਿਤਾਵਾਂ ਨੇ ਜਿਹੜੀਆਂ ਉਹ ਬਹੁਤ ਛੋਟੀਆਂ ਨੇ ਤੇ ਵੱਖ-ਵੱਖ ਤੋਲ ਤੁਕਾਂਤ ਤੇ ਛੰਦਾਂ ਵਿੱਚ ਲਿਖ ਕੇ ਉਹਨਾਂ ਨੇ ਪੰਜਾਬੀ ਕਵਿਤਾ ਵਿੱਚ ਨਵਾਂ ਨਿਖਾਰ ਲਿਆਂਦਾ ਹੈ। ਜਿਹੜੀ ਇਹ ਕਵਿਤਾ ਹੈ, ਹੱਥਲੀ ਕਵਿਤਾ ਟੁਕੜੀ ਜਗ ਤੋਂ ਨਿਆਰੀ, ਇਸ ਵਿੱਚ ਭਾਈ ਵੀਰ ਸਿੰਘ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਬਹੁਤ ਖੂਬਸੂਰਤੀ ਨਾਲ ਕੀਤਾ ਹੈ। ਭਾਈ ਸਾਹਿਬ ਨੇ ਕਸ਼ਮੀਰ ਦੀ ਜਿਹੜੀ ਕੁਦਰਤੀ ਸੁੰਦਰਤਾ ਹੈ ਉਸ ਵਿੱਚ ਅਰਸ਼ੀ ਸੁੰਦਰਤਾ ਦਾ ਝਲਕਾਰਾ ਦੇਖਦੇ ਹੋਏ ਉਹ ਲਿਖਦੇ ਨੇ ਕਿ ਜਿਹੜੀ ਕੁਦਰਤ ਦੀ ਦੇਵੀ ਹੈ, ਕੁਦਰਤ ਰੂਪੀ ਦੇਵੀ ਹੈ, ਉਸਨੇ ਜਿਸ ਪ੍ਰਕਾਰ ਕਸ਼ਮੀਰ ਦੀ ਸਿਰਜਣਾ ਲਈ ਹੁਸਨ ਮੰਡਲ ਵਿੱਚ ਖੇਡਦੇ ਹੋਏ ਕੁਦਰਤੀ ਦ੍ਰਿਸ਼ਾਂ ਤੇ ਸੁੰਦਰਤਾ ਨੂੰ ਆਪਣੀ ਮੁੱਠੀ ਵਿੱਚ ਭਰ ਲਿਆ ਸੀ। ਤਾਂ ਆਪਾਂ ਵਿਆਖਿਆ ਕਰਦੇ ਹਾਂ। ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਕੀ ਕਹਿ ਰਹੇ ਨੇ ਕਿ ਉਹਨਾਂ ਨੂੰ ਅਰਸ਼ ਭਾਵ ਅਸਮਾਨ ਦੇ ਵਿੱਚ ਇੱਕ ਕੁਦਰਤ ਦੀ ਦੇਵੀ ਨਜ਼ਰ ਆਈ। ਉਹ ਕੁਦਰਤ ਦੀ ਦੇਵੀ ਸੀ ਜਿਹੜੀ ਉਹ ਹੁਸਨ ਮੰਡਲ ਵਿੱਚ ਖੇਡ ਰਹੀ ਸੀ। ਹੁਸਨ ਮੰਡਲ ਤੋਂ ਭਾਵ ਕੀ ਹੈ ਪੁੱਤਰ? ਜਿਵੇਂ ਆਪਾਂ ਵਾਯੂ ਮੰਡਲ ਭਾਵ ਜਿੱਥੇ ਹਵਾ ਜ਼ਿਆਦਾ ਹੋਵੇ, ਤੇ ਹੁਸਨ ਮੰਡਲ, ਹੁਸਨ ਤੋਂ ਭਾਵ ਸੁੰਦਰਤਾ, ਮੰਡਲ ਉਹ ਜਗ੍ਹਾ ਕਿ ਜਿਸ ਜਗ੍ਹਾ ਤੇ ਬਹੁਤ ਜ਼ਿਆਦਾ ਸੁੰਦਰਤਾ ਸੀ। ਤਾਂ ਜਿਹੜੀ ਉਹ ਕੁਦਰਤ ਦੀ ਦੇਵੀ ਸੀ ਉਹ ਹੁਸਨ ਮੰਡਲ ਵਿੱਚ ਖੇਡ ਰਹੀ ਸੀ ਤੇ ਉਸਨੇ ਹੁਸਨ ਮੰਡਲ ਦੇ ਵਿੱਚ ਖੁਸ਼ੀਆਂ ਦੀ ਝੜੀ, ਖੁਸ਼ੀਆਂ ਦੀ ਵਰਖਾ ਲਗਾਈ ਹੋਈ ਸੀ। ਹੁਸਨ ਮੰਡਲ ਦੇ ਵਿੱਚ ਖੇਡਦੀ ਹੋਈ ਕੁਦਰਤ ਦੇਵੀ ਜਦੋਂ ਦੌੜਦੀ ਉਹਨੇ ਆਪਣੀ ਇੱਕ ਮੁੱਠੀ ਭਰੀ ਤੇ ਉਸ ਮੁੱਠੀ ਦੇ ਵਿੱਚ ਕੀ ਆਇਆ? ਪਰਬਤ ਟਿੱਬੇ ਕਰੇਵੇ ਜਿਹੜਾ ਸ਼ਬਦ ਹੈ ਉਹਦੇ ਤੋਂ ਭਾਵ ਹੈ ਕਿ ਜਦੋਂ ਪਹਾੜੀ ਇਲਾਕੇ ਦੇ ਵਿੱਚ ਪਠਾਰ ਬਣੇ ਹੁੰਦੇ ਆ, ਪੱਧਰਾ ਮੈਦਾਨ ਬਣਿਆ ਹੋਵੇ ਤੇ ਉਸ ਉੱਪਰ ਘਾਹ ਉੱਗਿਆ ਹੋਵੇ, ਭਾਵ ਘਾਹ ਦੇ ਮੈਦਾਨ, ਕਸ਼ਮੀਰ ਦੇ ਵਿੱਚ ਉਹਨਾਂ ਨੂੰ ਕਰੇਵੇ ਕਿਹਾ ਜਾਂਦਾ ਹੈ। ਤਾਂ ਜਦੋਂ ਕੁਦਰਤ ਦੇਵੀ ਨੇ ਆਪਣੀ ਮੁੱਠੀ ਭਰੀ ਤਾਂ ਉਸ ਮੁੱਠੀ ਦੇ ਵਿੱਚ ਕੀ ਕੁਝ ਆਇਆ? ਪਰਬਤ ਟਿੱਬੇ, ਘਾਹ ਦੇ ਮੈਦਾਨ, ਚਸ਼ਮੇ ਨਾਲੇ ਨਦੀਆਂ ਝੀਲਾਂ, ਜਿਵੇਂ ਕਿ ਉਹ ਨਿੱਕੇ ਸਮੁੰਦਰ ਲੱਗ ਰਹੇ ਹੋਣ, ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ, ਬਨ ਤੋਂ ਭਾਵ ਹੈ ਜੰਗਲ, ਭਾਵ ਉਹ ਜੰਗਲ ਜਿਹੜੇ ਬਾਗਾਂ ਵਾਂਗ ਸੁੰਦਰ ਸੀ, ਬਰਫਾਂ ਮੀਂਹ ਧੁੱਪਾਂ ਬੱਦਲ ਰੁੱਤਾਂ, ਇਹ ਸਭ ਕੁਝ ਕੁਦਰਤ ਦੇਵੀ ਨੇ ਆਪਣੀ ਮੁੱਠੀ ਦੇ ਵਿੱਚ ਭਰ ਲਿਆ। ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਜਦੋਂ ਕੁਦਰਤ ਦੇਵੀ ਨੇ ਇਹ ਆਪਣੀ ਮੁੱਠੀ ਭਰੀ ਤਾਂ ਉਸ ਮੁੱਠੀ ਦੇ ਵਿੱਚ ਅਰਸ਼ ਦੇ ਉਹ ਸੁੰਦਰ ਨਜ਼ਾਰੇ, ਭਾਵ ਜਿਹੜੇ ਉੱਪਰ ਤੁਹਾਨੂੰ ਮੈਂ ਦੁਹਰਾਏ ਨੇ, ਉਹ ਸਾਰੇ ਵੀ ਉਹਦੀ ਮੁੱਠੀ ਦੇ ਵਿੱਚ ਭਰੇ ਗਏ। ਅੱਗੇ ਦੇਖਦੇ ਹਾਂ ਦੂਜੇ ਬੰਦ ਵੱਲ। ਸੋਹਣੀ ਨੇ ਅਸਮਾਨ ਖੜੋ ਕੇ, ਧਰਤੀ ਵੱਲ ਤਕਾ ਕੇ, ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਜਿਸ ਥਾਵੇਂ ਧਰਤੀ ਤੇ ਆ ਕੇ
ਇਹ ਮੁੱਠ ਡਿੱਗੀ ਸਾਰੀ, ਉਸ ਥਾਂ ਕਸ਼ਮੀਰ ਬਣ ਗਿਆ, ਟੁਕੜੀ ਜੱਗ ਤੋਂ ਨਿਆਰੀ। ਤਾਂ ਆਪਾਂ ਨੂੰ ਯਾਦ ਹੀ ਹੈ ਕਿ ਜਿਹੜੀ ਇਹ ਕਵਿਤਾ ਹੈ ਭਾਈ ਵੀਰ ਸਿੰਘ ਨੇ ਆਪਣੇ ਭਾਰਤ ਦੇ ਵਿੱਚ ਕਸ਼ਮੀਰ ਜੋ ਜਗ੍ਹਾ ਹੈ ਉਸ ਦੀ ਸੁੰਦਰਤਾ ਨੂੰ ਬਿਆਨਣ ਵਾਸਤੇ ਇਹ ਸਾਰੀ ਕਵਿਤਾ ਹੈ ਜਿਹੜੀ ਲਿਖੀ ਹੈ। ਤਾਂ ਭਾਈ ਵੀਰ ਸਿੰਘ ਜੀ ਇਸ ਬੰਦ ਦੇ ਵਿੱਚ, ਇਸ ਕਾਵ ਟੋਟੇ ਦੇ ਵਿੱਚ ਕੀ ਕਹਿ ਰਹੇ ਨੇ ਕਿ ਉਹ ਸੋਹਣੀ ਕੁਦਰਤ ਦੇਵੀ ਨੇ ਅਸਮਾਨ ਦੇ ਵਿੱਚ ਖੜੀ ਹੋ ਕੇ ਜਦੋਂ ਧਰਤੀ ਵੱਲ ਤੱਕਿਆ, ਤਕਾ ਕੇ ਦਾ ਮਤਲਬ ਵੇਖਣਾ, ਤੱਕਣਾ, ਧਰਤੀ ਵੱਲ ਤੱਕ ਕੇ ਵੇਖ ਕੇ ਆਪਣੀ ਮੁੱਠੀ ਖੋਲੀ ਤੇ ਉਸ ਨੂੰ ਹੇਠਾਂ ਧਰਤੀ ਵੱਲ ਦੇਖ ਕੇ ਸੁੱਟ ਦਿੱਤਾ। ਤੇ ਉਸ ਤੋਂ ਬਾਅਦ ਕੀ ਹੋਇਆ, ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠ ਡਿੱਗੀ ਸਾਰੀ, ਉਸ ਥਾਂ ਕਸ਼ਮੀਰ ਬਣ ਗਿਆ, ਟੁਕੜੇ ਜੱਗ ਤੋਂ ਨਿਆਰੀ। ਤਾਂ ਜਦੋਂ ਇਹ ਮੁੱਠੀ ਕੁਦਰਤ ਦੇਵੀ ਨੇ ਧਰਤੀ ਵੱਲ ਦੇਖ ਕੇ ਹੇਠਾਂ ਸੁੱਟੀ ਤਾਂ ਉਸ ਵਿੱਚ ਜੋ ਜੋ ਨਜ਼ਾਰੇ ਉਸ ਮੁੱਠੀ ਦੇ ਵਿੱਚ ਪਹਿਲਾਂ ਭਰੇ ਹੋਏ ਸੀ, ਜਿਵੇਂ ਕਿ ਪਰਬਤ, ਪਹਾੜ, ਮੈਦਾਨ, ਬਾਗਾਂ ਵਰਗੇ ਸੁੰਦਰ ਵਣ, ਰੁੱਤਾਂ ਜਾਂ ਚਸ਼ਮੇ, ਨਾਲੇ, ਨਦੀਆਂ, ਝੀਲਾਂ, ਠੰਡੀਆਂ ਛਾਵਾਂ, ਮਿੱਠੀਆਂ ਹਵਾਵਾਂ, ਮੀਂਹ, ਧੁੱਪ, ਬੱਦਲ, ਇਹ ਸਾਰਾ ਕੁਝ ਵੀ ਉਸ ਟੁਕੜੀ ਦੇ ਆ ਕੇ ਨਾਲ ਡਿੱਗਾ। ਭਾਵ ਉਸ ਜਗ੍ਹਾ 'ਤੇ ਕੀ ਬਣ ਗਿਆ, ਕਸ਼ਮੀਰ ਬਣ ਗਿਆ। ਇਹ ਸਾਰੇ ਨਜ਼ਾਰੇ ਹੋਣ ਕਰਕੇ ਹੀ ਉਸ ਟੁਕੜੀ ਨੂੰ ਜੱਗ ਤੋਂ ਨਿਆਰੀ ਮੰਨਿਆ ਜਾਂਦਾ ਹੈ। ਭਾਵ ਇੰਨੀ ਜ਼ਿਆਦਾ ਸੁੰਦਰਤਾ ਹੋਣ ਕਰਕੇ ਫਿਰ ਇਹ ਜਿਹੜੀ ਧਰਤੀ ਸੀ, ਇਹ ਜਿਹੜਾ ਧਰਤੀ ਦਾ ਟੁਕੜਾ ਸੀ, ਉਹ ਜੱਗ ਤੋਂ ਨਿਆਰਾ ਬਣ ਗਿਆ। ਆਓ ਚੱਲਦੇ ਹਾਂ ਅਖੀਰਲੇ ਕਾਵ ਟੋਟੇ ਵੱਲ। ਹੈ ਧਰਤੀ ਪਰ ਸ਼ੋਹ ਸਮਾਨੀ, ਸੁੰਦਰਤਾ ਵਿੱਚ ਲਿਸ਼ਕੇ, ਧਰਤੀ ਦੇ ਰਸਵਾਦ ਨਜ਼ਾਰੇ, ਰਮਜ ਅਸ਼ਕ ਦੀ ਕਸਕੇ। ਤਾਂ ਇਸ ਅਖੀਰਲੇ ਕਾਵ ਟੋਟੇ ਦੇ ਵਿੱਚ ਕਸ਼ਮੀਰ ਦੀ ਧਰਤੀ ਦੀ ਸੁੰਦਰਤਾ ਦੀ ਸਿਫਤ ਕਰਦੇ ਹੋਏ ਭਾਈ ਸਾਹਿਬ ਕੀ ਲਿਖਦੇ ਨੇ ਕਿ ਕਸ਼ਮੀਰ ਭਾਵੇਂ ਇੱਕ ਧਰਤੀ ਦਾ ਟੁਕੜਾ ਹੈ, ਧਰਤੀ ਦਾ ਟੋਟਾ ਹੈ, ਧਰਤੀ ਦਾ ਅੰਗ ਹੀ ਹੈ, ਪਰ ਇਹਦੀ ਅਦੁੱਤੀ ਹੁਸਨ ਹੋਣ ਕਰਕੇ, ਬਹੁਤ ਜ਼ਿਆਦਾ ਸੁਹੱਪਣ ਹੋਣ ਕਰਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਸ ਨੂੰ ਅਸਮਾਨ ਦੀ ਛੋਹ ਪ੍ਰਾਪਤ ਹੋਈ ਹੋਵੇ। ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਲਿਸ਼ਕਦੀ ਹੈ, ਅਰਸ਼ ਭਾਵ ਅਸਮਾਨ ਦੀ ਸੁੰਦਰਤਾ ਲਿਸ਼ਕਦੀ ਹੈ। ਧਰਤੀ ਦੇ ਰਸ ਤੇ ਸਵਾਦ ਨਾਲ ਭਰੇ ਇਸ ਦੇ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਭੇਦ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਭਾਵ ਇੰਨੀ ਜ਼ਿਆਦਾ ਸੋਹਣੀ ਹੈ ਇਹ ਧਰਤੀ, ਕਸ਼ਮੀਰ ਬਹੁਤ ਜ਼ਿਆਦਾ ਸੋਹਣਾ ਹੈ। ਤੁਸੀਂ YouTube 'ਤੇ ਜਾਂ ਆਪਣੇ ਹੋਰ ਸੋਸ਼ਲ ਮੀਡੀਆ 'ਤੇ ਫੋਟੋਜ਼ ਵਗੈਰਾ ਜਾਂ ਵੀਡੀਓਜ਼ ਵਗੈਰਾ ਦੇਖਦੇ ਹੀ ਹੋਵੋਗੇ। ਤਾਂ ਇਸੇ ਕਰਕੇ ਕਿ ਕਸ਼ਮੀਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਸੋਹਣਾ ਹੋਣ ਕਰਕੇ, ਕਸ਼ਮੀਰ ਦੀ ਸੁੰਦਰਤਾ ਅਦਭੁਤ ਹੋਣ ਕਰਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਅਸਮਾਨ ਦੇ ਵਿੱਚੋਂ ਆਈ ਹੋਵੇ। ਇਸ ਦੀ ਜੋ ਸੁੰਦਰਤਾ ਹੈ ਉਹ ਬਿਸਮਾਦਮਈ ਹੈ ਤੇ ਰੱਬੀ ਹੈ, ਭਾਵ ਪਰਮਾਤਮਾ ਨੇ ਇਸ ਨੂੰ ਖੁਦ ਬਣਾਇਆ ਹੈ। ਪਿਆਰੇ ਬੱਚਿਓ, ਇਹ ਸੀ ਤੁਹਾਡੀ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ। ਤਾਂ ਇਸ ਦੇ ਵਿੱਚੋਂ ਆਪਾਂ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਹੈ ਸਭ ਤੋਂ ਪਹਿਲਾਂ ਉਹ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਂ ਲਿਖੋ। ਤਾਂ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ, ਭਾਈ ਵੀਰ ਸਿੰਘ। ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਨਾਂ ਦੱਸੋ, ਟੁਕੜੀ ਜੱਗ ਤੋਂ ਨਿਆਰੀ। ਇਹ ਤੁਹਾਨੂੰ ਕਿਸੇ ਵੀ ਪ੍ਰਕਾਰ ਪ੍ਰਸ਼ਨ ਹੈ ਜਿਹੜਾ ਉਹ ਉਲਟਾ ਕੇ ਪੁੱਛਿਆ ਜਾ ਸਕਦਾ ਹੈ। ਇਸ ਕਵਿਤਾ ਵਿੱਚ ਖੁਸ਼ੀਆਂ ਨੇ ਕਿਸ ਨੂੰ ਸ਼ੈਬਰ ਲਾਈ ਹੈ, ਭਾਵ ਕਿਸ ਜਗ੍ਹਾ 'ਤੇ ਖੁਸ਼ੀਆਂ ਸਭ ਤੋਂ ਜ਼ਿਆਦਾ ਆਈਆਂ ਅਸਮਾਨ ਦੇ ਵਿੱਚੋਂ, ਤਾਂ ਉਹ ਹੈ ਕਸ਼ਮੀਰ ਦੀ ਧਰਤੀ। ਟੁਕੜੀ ਜੱਗ ਤੋਂ ਨਿਆਰੀ ਕਵਿਤਾ ਵਿੱਚ ਚਸ਼ਮੇ, ਨਦੀਆਂ, ਨਾਲੇ ਅਤੇ ਸਮੁੰਦਰ ਕਿਸ ਤਰ੍ਹਾਂ ਜਾਪ ਰਹੇ ਹਨ, ਤਾਂ ਇਹ ਨਿੱਕੇ ਸਮੁੰਦਰਾਂ ਵਰਗੇ ਜਾਪ ਰਹੇ ਸੀ। ਨਿੱਕੀ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ ਸੀ, ਅਰਸ਼ੀ ਨਜ਼ਾਰੇ, ਭਾਵ ਅਸਮਾਨ ਦੇ ਜਿਹੜੇ ਨਜ਼ਾਰੇ ਸੀ ਉਹ ਉਸ ਮੁੱਠੀ ਦੇ ਵਿੱਚ ਆਏ। ਉਸ ਥਾਂ ਕਸ਼ਮੀਰ ਬਣ ਗਿਆ, ਖਾਲੀ ਥਾਂ ਜੱਗ ਤੋਂ ਨਿਆਰੀ। ਇਸ ਸਤਰ ਨੂੰ ਪੂਰਾ ਕਰੋ ਤਾਂ ਜਿਹੜੀ ਟੁਕੜੀ ਹੈ ਉਹ ਜੱਗ ਤੋਂ ਨਿਆਰੀ ਹੈ। ਇਸ ਤੋਂ ਬਾਅਦ ਚੱਲਦੇ ਹਾਂ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦਾ ਕੇਂਦਰੀ ਭਾਵ ਲਿਖੋ। ਕੇਂਦਰੀ ਭਾਵ ਤੋਂ ਮਤਲਬ ਕੀ ਹੁੰਦਾ ਪੁੱਤਰ, ਕਿ ਕੇਂਦਰ ਬਿੰਦੂ ਕੀ ਹੈ ਕਵਿਤਾ ਲਿਖਣ ਦਾ, ਭਾਵ ਕਵੀ ਨੇ ਉਹ ਕਵਿਤਾ ਕਿਸ ਮੁੱਖ ਵਿਸ਼ੇ ਨੂੰ ਰੱਖ ਕੇ ਲਿਖੀ ਹੈ। ਤਾਂ ਸਭ ਤੋਂ ਪਹਿਲਾਂ ਜਿਹੜੀਆਂ 3.5 ਲਾਈਨਾਂ ਲਿਖੀਆਂ ਹੋਈਆਂ ਨੇ ਉਹ ਕਵਿਤਾ ਦੇ ਬਾਰੇ ਜਾਣਕਾਰੀ ਹੈ, ਤੇ ਉਸ ਤੋਂ ਬਾਅਦ ਜਿਹੜੀਆਂ 2 ਲਾਈਨਾਂ ਨੇ ਉਹ ਕਵਿਤਾ ਦਾ ਕੇਂਦਰੀ ਭਾਵ ਹੈ। ਤਾਂ ਸਭ ਤੋਂ ਪਹਿਲਾਂ ਲਿਖਿਆ ਹੋਇਆ ਕਿ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਹੈ। ਤੁਸੀਂ ਪਹਿਲਾਂ ਜਾਣਕਾਰੀ ਦੇਣੀ ਹੈ ਕਵਿਤਾ ਬਾਰੇ। ਭਾਈ ਵੀਰ ਸਿੰਘ ਆਧੁਨਿਕ ਕਵਿਤਾ ਦੇ ਮੋਢੀ ਕਵੀ ਹਨ। ਆਪਣੀ ਛੋਟੀਆਂ ਕਵਿਤਾਵਾਂ ਵਿੱਚ ਵੱਖ-ਵੱਖ ਤੋਲ ਤੁਕਾਂਤ
ਤੇ ਛੰਦਾਂ ਵਿੱਚ ਲਿਖ ਕੇ ਪੰਜਾਬੀ ਕਵਿਤਾ ਵਿੱਚ ਨਵਾਂ ਨਿਖਾਰ ਲਿਆਂਦਾ। ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ। ਕਵਿਤਾ ਦਾ ਕੇਂਦਰੀ ਭਾਵ ਹੈ ਕਿ ਕਸ਼ਮੀਰ ਦੀ ਧਰਤੀ ਦੁਨੀਆ ਵਿੱਚ ਨਿਆਰੀ ਥਾਂ ਹੈ। ਇਸ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਕੀਤਾ ਹੈ, ਜਿਸ ਕਰਕੇ ਇਸ ਵਿੱਚੋਂ ਅਸਮਾਨੀ ਸੁੰਦਰਤਾ ਝਲਕਦੀ ਹੈ। ਇਸ ਵਿੱਚੋਂ ਅਰਸ਼ੀ ਰਮਜ਼ਾਂ ਝਲਕਦੀਆਂ ਪ੍ਰਤੀਤ ਹੁੰਦੀਆਂ ਹਨ। ਤਾਂ ਇਹ ਸੀ ਬੱਚਿਓ ਤੁਹਾਡੀ ਪਹਿਲੀ ਕਵਿਤਾ ਟੁਕੜੀ ਜਗ ਤੋਂ ਨਿਆਰੀ। ਉਮੀਦ ਹੈ ਤੁਸੀਂ ਪੜ੍ਹ ਰਹੇ ਹੋ, ਘਰ ਰਹਿ ਕੇ ਸੇਫ ਰਹਿ ਰਹੇ ਹੋ ਅਤੇ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇ ਰਹੇ ਹੋ। ਸਤਿ ਸ਼੍ਰੀ ਅਕਾਲ।